ਸਤਿ ਸ਼੍ਰੀ ਅਕਾਲ ਜੀ। ਸਵਾਗਤ ਹੈ HR ਪੰਜਾਬੀ ਕਹਾਣੀਆਂ ਤੇ। ਰਾਵੀ ਸਭ ਤੋਂ ਸੋਹਣੀਆਂ ਕੁੜੀਆਂ ਵਿੱਚੋਂ ਇੱਕ ਸੀ। ਮੈਂ ਜਦੋਂ ਉਸ ਨੂੰ ਪਹਿਲੀ ਵਾਰ ਦੇਖਿਆ ਤਾਂ ਉਸ ਉੱਤੇ ਆਪਣਾ ਦਿਲ ਹਾਰ ਬੈਠਾ। ਮੈਂ ਜਲਦੀ ਇਸ ਰਿਸ਼ਤੇ ਨੂੰ ਅੱਗੇ ਵਧਾਉਣ ਦੀ ਕੋਸ਼ਿਸ਼ ਕੀਤੀ। ਰਾਵੀ ਦੇ ਮਾਤਾ-ਪਿਤਾ ਨੇ ਵੀ ਜ਼ਿਆਦਾ ਦੇਰ ਨਾ ਲਾਈ ਤੇ ਉਹਨਾਂ ਨੇ ਵੀ ਹਾਂ ਕਰ ਦਿੱਤੀ, ਪਰ ਰਾਵੀ ਦੀਆਂ ਕੁਝ ਸ਼ਰਤਾਂ ਸੀ ਜੋ ਮੈਨੂੰ ਬਾਅਦ ਵਿੱਚ ਪਤਾ ਲੱਗੀਆਂ। ਪਹਿਲੀ ਸ਼ਰਤ ਇਹ ਸੀ ਕਿ ਵਿਆਹ ਦਾ ਪ੍ਰੋਗਰਾਮ ਸਵੇਰੇ 7 ਵਜੇ ਹੋਵੇਗਾ। ਬਾਕੀ ਸ਼ਰਤਾਂ ਦੇ ਬਾਰੇ ਮੈਂ ਜਾਣਨਾ ਨਹੀਂ ਚਾਹੁੰਦਾ ਸੀ, ਪਰ ਉਸਨੇ ਇਹ ਗੱਲ ਕਹਿ ਦਿੱਤੀ ਕਿ ਤੇਰੇ ਲਈ ਵਿਆਹ ਤੋਂ ਪਹਿਲਾਂ ਸ਼ਰਤਾਂ ਜਾਣਨਾ ਜ਼ਰੂਰੀ ਆ। ਪਰ ਮੈਂ ਰਾਵੀ ਦੇ ਪਿਆਰ ਵਿੱਚ ਇੰਨਾ ਪਾਗਲ ਸੀ ਕਿ ਮੈਂ ਉਸ ਦੀ ਕੋਈ ਵੀ ਸ਼ਰਤ ਨੂੰ ਸੀਰੀਅਸ ਨਹੀਂ ਲਿਆ। ਮੇਰਾ ਵਿਆਹ ਉਸ ਨਾਲ ਹੋ ਰਿਹਾ ਸੀ ਜਿਸ ਨੂੰ ਮੈਂ ਪਿਆਰ ਕਰਦਾ ਸੀ, ਤੇ ਮੈਂ ਜਾਣਦਾ ਸੀ ਰਾਵੀ ਨਾਲ ਵਿਆਹ ਕਰਕੇ ਮੈਂ ਕਦੇ ਪਛਤਾਵਾਂਗਾ ਨਹੀਂ। 7 ਦਸੰਬਰ ਨੂੰ ਮੇਰਾ ਵਿਆਹ ਰਾਵੀ ਨਾਲ ਫਿਕਸ ਹੋ ਗਿਆ। ਰਾਵੀ ਨੂੰ ਪਾਉਣ ਦਾ ਇੱਕ ਨਸ਼ਾ ਹੀ ਵੱਖਰਾ ਸੀ ਤੇ ਆਉਣ ਵਾਲੇ ਦਿਨਾਂ ਬਾਰੇ ਸੋਚ ਕੇ ਮੈਂ ਹੋਰ ਵੀ ਖੁਸ਼ ਹੋ ਰਿਹਾ ਸੀ। ਵਿਆਹ ਹੋਣ ਤੋਂ ਬਾਅਦ ਰਾਵੀ ਦੀ ਡੋਲੀ 5 ਵਜੇ ਮੇਰੇ ਘਰ ਆ ਗਈ। ਉਸ ਨੂੰ ਦੇਖਣ ਲਈ ਮੇਰਾ ਦਿਲ ਅੰਦਰ ਹੀ ਅੰਦਰ ਤੜਫ ਰਿਹਾ ਸੀ। ਮੈਂ ਉਸ ਨੂੰ ਮੂੰਹ ਦਿਖਾਈ ਤੇ ਕੀਮਤੀ ਤੋਹਫਾ ਦਿੱਤਾ ਅਤੇ ਉਹਦਾ ਮੈਂ ਸ਼ੁਕਰੀਆ ਅਦਾ ਕਰ ਹੀ ਰਿਹਾ ਸੀ ਤੇ ਉਹ ਬੋਲੀ ਕਿ ਪਹਿਲਾਂ ਮੇਰੀ ਸ਼ਰਤ ਸੁਣ ਲਵੋ। ਜੇ ਤੁਹਾਨੂੰ ਸ਼ਰਤ ਮਨਜ਼ੂਰ ਹੈ ਤਾਂ ਠੀਕ ਹੈ, ਜੇ ਨਹੀਂ ਤਾਂ ਮੈਨੂੰ ਤਲਾਕ ਦੇ ਦੇਵੋ। ਤੇ ਰਾਵੀ ਦੇ ਮੂੰਹੋਂ ਇਹ ਗੱਲ ਸੁਣ ਕੇ ਮੇਰਾ ਦਿਲ ਘਬਰਾਉਣ ਲੱਗਾ ਤੇ ਮੈਂ ਉਸ ਨੂੰ ਕਿਹਾ ਕਿ ਤੂੰ ਇੱਕ ਔਰਤ ਹੋ ਕੇ ਤਲਾਕ ਦੀ ਗੱਲ ਕਿਵੇਂ ਕਰ ਸਕਦੀ ਆ। ਮੈਂ ਸੋਚਣ ਲੱਗਾ ਤੇ ਰਾਵੀ ਨੇ ਗੱਲ ਅੱਗੇ ਵਧਾਉਂਦੇ ਹੋਏ ਕਿਹਾ, ਇਹ ਮੇਰੀ ਸ਼ਰਤ ਬਹੁਤ ਸੌਖੀ ਜਿਹੀ ਆ। ਉਹ ਸ਼ਰਤ ਇਹ ਆ ਕਿ ਤੂੰ ਕਦੇ ਵੀ ਰਾਤ ਨੂੰ ਮੇਰਾ ਮੂੰਹ ਨਹੀਂ ਦੇਖੇਂਗਾ। ਤੇਰਾ ਜਿੰਨਾ ਵੀ ਦਿਲ ਕਰੇ ਤੈਨੂੰ ਮੈਂ ਰਾਤ ਨੂੰ ਆਪਣਾ ਨਹੀਂ ਮੂੰਹ ਦਿਖਾਵਾਂਗੀ ਤੇ ਬਾਕੀ ਮੈਂ ਤੇਰੀ ਹਰ ਇੱਕ ਗੱਲ ਮੰਨੂਗੀ, ਪਰ ਇੱਕ ਗੱਲ ਮੇਰੀ ਵੀ ਮੰਨਣੀ ਪਵੇਗੀ ਕਿ ਤੂੰ ਕਦੇ ਵੀ ਰਾਤ ਨੂੰ ਮੇਰਾ ਚਿਹਰਾ ਨਹੀਂ ਦੇਖੇਂਗਾ ਤੇ ਨਾ ਹੀ ਰਾਤ ਦੇ ਟਾਈਮ ਮੈਂ ਕਿਸੇ ਨੂੰ ਮਿਲੂੰਗੀ। ਹਨੇਰਾ ਹੁੰਦਿਆਂ ਹੀ ਤਕਰੀਬਨ ਰਾਤ ਦੇ 10 ਵਜੇ ਤੋਂ ਹੀ ਮੈਂ ਆਪਣੇ ਕਮਰੇ ਵਿੱਚ ਚਲੀ ਜਾਊਂਗੀ ਤੇ ਤੇਰੀ ਮਰਜ਼ੀ ਆ ਤੂੰ ਮੇਰੇ ਨਾਲ ਕਮਰੇ ਵਿੱਚ ਆਉਣਾ ਕਿ ਨਹੀਂ ਆਉਣਾ। ਤੂੰ ਰਾਤ ਨੂੰ ਕਿਤੇ ਵੀ ਬਾਹਰ ਘੁੰਮ ਸਕਦਾ ਹਾਂ, ਜਿੱਥੇ ਮਰਜ਼ੀ ਜਾ ਸਕਦਾ, ਤੇਰੇ ਤੇ ਕੋਈ ਪਾਬੰਦੀ ਨਹੀਂ ਕਿ ਤੂੰ ਮੇਰੇ ਨਾਲ ਹੀ ਰਹੇ। ਰਾਵੀ ਨੇ ਜਿੱਦਾਂ ਹੀ ਆਪਣੀ ਗੱਲ ਪੂਰੀ ਕੀਤੀ ਤੇ ਮੈਂ ਰਾਵੀ ਨੂੰ ਕਿਹਾ ਕਿ ਇਹ ਕਿੱਦਾਂ ਅਜੀਬ ਜਿਹੀ ਸ਼ਰਤ ਆ, ਤੇ ਜੇ ਤੂੰ ਮੈਨੂੰ ਇਸ ਚੀਜ਼ ਦੀ ਵਜ੍ਹਾ ਦੱਸ ਦੇਵੇਂਗੀ ਤਾਂ ਮੈਂ ਤੈਨੂੰ ਕਦੇ ਵੀ ਰਾਤ ਦੇ ਟਾਈਮ ਆਪਣਾ ਚਿਹਰਾ ਵਿਖਾਉਣ ਲਈ ਮਜਬੂਰ ਨਹੀਂ ਕਰੂੰਗਾ। ਪਰ ਰਾਵੀ, ਬਿਨਾਂ ਕਿਸੇ ਕਾਰਨ ਮੈਂ ਤੇਰਾ ਚਿਹਰਾ ਰਾਤ ਨੂੰ ਕਿਉਂ ਨਹੀਂ ਦੇਖ ਸਕਦਾ। ਪਰ ਰਾਵੀ ਪੂਰੀ ਤਰ੍ਹਾਂ ਸੀਰੀਅਸ ਸੀ ਤੇ ਰਾਵੀ ਬੋਲੀ ਕਿ ਜੇ ਤੂੰ ਮੇਰਾ ਮੂੰਹ ਦੇਖਣਾ ਤਾਂ ਸਵੇਰੇ ਹੀ ਮੈਂ ਤੈਨੂੰ ਤਲਾਕ ਦੇ ਦੇਣਾ। ਰਾਵੀ ਦੀ ਇਹ ਗੱਲ ਸੁਣਦਿਆਂ ਮੇਰੇ ਹੋਸ਼ ਉੱਡ ਗਏ ਤੇ ਮੈਂ ਕਿਹਾ, ਠੀਕ ਆ, ਤੇਰੇ ਵਰਗੀ ਸੋਹਣੀ ਕੁੜੀ ਦਾ ਮਿਲ ਜਾਣਾ ਮੇਰੇ ਲਈ ਕਿਸਮਤ ਦੀ ਗੱਲ ਆ। ਤੂੰ ਜਿਵੇਂ ਕਹੇਂਗੀ ਮੈਂ ਉਵੇਂ ਹੀ ਕਰੂੰਗਾ। ਖੈਰ, ਇਹ ਇੱਕ ਜਜ਼ਬਾਤੀ ਕਦਮ ਸੀ ਤੇ ਮੈਨੂੰ ਵਿਆਹ ਦੇ ਪਹਿਲੇ ਹਫ਼ਤੇ ਪਤਾ ਲੱਗਿਆ ਕਿ ਉਸ ਦੀ ਸ਼ਰਤ ਦੀ ਕੀਮਤ ਚੁਕਾਉਣੀ ਕਿੰਨੀ ਮੁਸ਼ਕਿਲ ਆ। ਤੇ ਮੈਂ ਜਦੋਂ ਵੀ ਕਿਤੇ ਬਾਹਰ ਜਾਣਾ ਹੁੰਦਾ ਜਾਂ ਆਪਣੇ ਕਿਸੇ ਰਿਸ਼ਤੇਦਾਰੀ ਵਿੱਚ ਡਿਨਰ 'ਤੇ ਜਾਣਾ ਹੁੰਦਾ ਤਾਂ ਉਹ ਮੇਰੇ ਨਾਲ ਨਾ ਜਾਂਦੀ। ਹੌਲੀ ਸਾਰਿਆਂ ਨੂੰ ਪਤਾ ਲੱਗ ਗਿਆ ਕਿ ਸ਼ਿਵਾ ਦੀ ਵਾਈਫ ਰਾਤ ਨੂੰ ਬਾਹਰ ਨਹੀਂ ਨਿਕਲਦੀ ਤੇ ਕੁਝ ਲੋਕਾਂ ਨੇ ਰਾਵੀ ਨੂੰ ਸ਼ਰੀਫ ਸਮਝਿਆ ਤੇ ਕੁਝ ਲੋਕਾਂ ਨੇ ਬਹੁਤ ਗੱਲਾਂ ਵੀ ਕੀਤੀਆਂ। ਮੈਂ ਇਹ ਗੱਲਾਂ ਤੋਂ ਬਹੁਤ ਤੰਗ ਆ ਗਿਆ ਸੀ ਤੇ ਹਾਲੇ ਵੀ ਘਬਰਾਇਆ ਹੋਇਆ ਸੀ ਕਿ ਰਾਵੀ ਅਜੀਬੋ-ਗਰੀਬ ਹਰਕਤਾਂ ਕਰਨ ਲੱਗ ਗਈ। ਉਸਨੇ ਆਪਣੇ ਕਮਰੇ ਦਾ ਬਲਬ ਲਾ ਕੇ ਬਾਹਰ ਰੱਖ ਦਿੱਤਾ। ਮੈਂ ਰਾਵੀ ਨੂੰ ਕਿਹਾ, ਇਹ ਕੀ ਪਾਗਲਪਣਾ। ਉਸਨੇ ਕਿਹਾ ਕਿ ਗਲਤੀ ਨਾਲ ਵੀ ਕੋਈ ਮੇਰੇ ਕਮਰੇ ਦੀ ਲਾਈਟ ਔਨ ਨਾ ਕਰ ਦੇਵੇ ਤੇ ਮੇਰਾ ਚਿਹਰਾ ਨਾ ਦੇਖ ਲਵੇ। ਰਾਵੀ ਦੀ ਇਹ ਗੱਲ ਸੁਣ ਕੇ ਮੇਰਾ ਸ਼ੱਕ ਦਿਨੋਂ ਦਿਨ ਵੱਧ ਰਿਹਾ ਸੀ ਕਿ ਆਖਿਰ ਉਸ ਦੇ ਚਿਹਰੇ ਵਿੱਚ ਇਦਾਂ ਦਾ ਕੀ ਆ ਜੋ ਰਾਤ ਨੂੰ ਨਹੀਂ ਦੇਖ ਸਕਦੇ। ਪਰ ਸਾਡੇ ਦੋਹਾਂ ਵਿੱਚ ਜੋ ਵਾਅਦਾ ਹੋਇਆ ਸੀ ਉਹ ਵਾਅਦੇ ਤੇ ਮੈਂ ਅਟੱਲ ਸੀ। ਇੱਕ ਦਿਨ ਰਾਵੀ ਬਹੁਤ ਬੇਚੈਨ ਸੀ। ਉਹ ਕਮਰੇ ਤੋਂ ਕਦੇ ਬਾਹਰ ਜਾਂਦੀ ਤੇ ਕਦੇ ਅੰਦਰ ਆਉਂਦੀ, ਕਦੇ ਆਪਣੇ ਮੂੰਹ ਤੇ ਹੱਥ ਫੇਰਦੀ ਤੇ ਕਦੇ ਪਾਠ ਕਰਦੀ। ਮੈਨੂੰ ਸਮਝ ਨਹੀਂ ਆ ਰਿਹਾ ਸੀ ਕਿ ਉਸ ਦੀ ਬੇਚੈਨੀ ਦਾ ਰਾਜ ਕੀ ਆ। ਉਸ ਟਾਈਮ ਮੈਂ ਉਸ ਨੂੰ ਕੁਝ ਨਹੀਂ ਕਿਹਾ, ਪਰ ਮੈਂ ਜਾਣ ਗਿਆ ਸੀ ਕਿ ਉਸ ਦੀ ਬੇਚੈਨੀ ਦੀ ਕੋਈ ਤਾਂ ਵਜ੍ਹਾ ਹੈ।
ਇਦਾਂ ਲੱਗਦਾ ਰਾਵੀ ਹਰ ਟਾਈਮ ਕਿਸੇ ਦਾ ਇੰਤਜ਼ਾਰ ਕਰਦੀ ਰਹਿੰਦੀ ਆ ਤੇ ਉਸ ਦੀ ਨਿਗਾਹ ਫੋਨ ਤੇ ਟਿਕੀ ਰਹਿੰਦੀ। ਜਦੋਂ ਵੀ ਫੋਨ ਆਉਂਦਾ ਤਾਂ ਉਹ ਹੌਲੀ ਆਵਾਜ਼ ਵਿੱਚ ਗੱਲ ਕਰਨ ਲੱਗ ਜਾਂਦੀ ਤੇ ਸਾਡੇ ਦੋਹਾਂ ਵਿੱਚ ਕੋਈ ਸ਼ੱਕ ਵਾਲੀ ਗੱਲ ਨਹੀਂ ਸੀ। ਇਸ ਲਈ ਮੈਂ ਕਦੇ ਵੀ ਉਸ ਦਾ ਫੋਨ ਸੁਣਨ ਦੀ ਕੋਸ਼ਿਸ਼ ਨਹੀਂ ਕੀਤੀ। ਪਰ ਇੱਕ ਦਿਨ ਉਸ ਦਾ ਫੋਨ ਗੱਲ ਕਰਨ ਤੋਂ ਬਾਅਦ ਮੈਂ ਚੈੱਕ ਕੀਤਾ ਤਾਂ ਉਹ ਕਿਸੇ ਆਦਮੀ ਨਾਲ ਗੱਲ ਕਰਦੀ ਸੀ, ਕਿਉਂਕਿ ਮੈਨੂੰ ਉਸ ਦੀ ਆਵਾਜ਼ ਸੁਣ ਗਈ ਸੀ। ਉਸ ਤੋਂ ਬਾਅਦ ਮੇਰੀ ਜ਼ਿੰਦਗੀ ਦਾ ਸੁੱਖ ਚੈਨ ਲੁੱਟ ਗਿਆ। ਮੇਰੀ ਪਤਨੀ ਸੋਹਣੀ ਤਾਂ ਸੀ, ਪਰ ਮੈਂ ਸੋਚਿਆ ਕਿ ਸੋਹਣੇਪਣ ਨੂੰ ਚੱਟਣਾ। ਫਿਰ ਮੈਂ ਸੋਚਿਆ ਰਾਵੀ ਨਾਲ ਲੜਨ ਨਾਲੋਂ ਚੰਗਾ ਮੈਂ ਉਸ ਦਾ ਰਾਤ ਨੂੰ ਚਿਹਰਾ ਦੇਖਾਂ। ਆਖਿਰ ਮੈਨੂੰ ਵੀ ਤਾਂ ਪਤਾ ਲੱਗੇ ਕੀ ਗੱਲ ਆ। ਇੱਕ ਦਿਨ ਮੈਂ ਕੰਮ ਤੋਂ ਜਲਦੀ ਘਰ ਆ ਗਿਆ ਤੇ ਉਹ ਟਹਿਲ ਰਹੀ ਸੀ। ਉਹ ਮੈਨੂੰ ਅੰਦਰ ਆਉਂਦੇ ਦੇਖ ਕੇ ਹੈਰਾਨ ਹੋ ਕੇ ਬੋਲੀ, ਤੁਸੀਂ ਇਸ ਟਾਈਮ? ਤੁਸੀਂ ਤਾਂ ਰਾਤ ਦੇ 8 ਵਜੇ ਆਉਂਦੇ ਹੋ, ਤੁਸੀਂ ਇੰਨੀ ਜਲਦੀ ਕਿਵੇਂ ਆ ਗਏ? ਉਸ ਦੀ ਹੈਰਾਨੀ ਦੇਖ ਕੇ ਮੈਨੂੰ ਗੁੱਸਾ ਆ ਗਿਆ ਕਿ ਤੂੰ ਮੇਰੇ ਜਾਣ ਤੋਂ ਬਾਅਦ ਇਦਾਂ ਦਾ ਕੀ ਕਰਦੀ ਆ ਕਿ ਮੇਰੇ ਆਉਣ ਨਾਲ ਤੂੰ ਇੰਨਾ ਹੈਰਾਨ ਹੋਈ। ਰਾਵੀ ਬੋਲੀ, ਨਹੀਂ ਨਹੀਂ, ਇਦਾਂ ਦੀ ਕੋਈ ਗੱਲ ਨਹੀਂ। ਉਸੇ ਹੀ ਟਾਈਮ ਦਰਵਾਜ਼ੇ ਤੇ ਬੈਲ ਵੱਜੀ ਤੇ ਮੈਂ ਰਾਵੀ ਨੂੰ ਸ਼ੱਕ ਦੀਆਂ ਨਜ਼ਰਾਂ ਨਾਲ ਦੇਖਿਆ। ਰਾਵੀ ਦੇ ਰੰਗ ਉੱਡ ਗਏ। ਮੈਂ ਦਰਵਾਜ਼ਾ ਖੋਲ੍ਹਿਆ ਤੇ ਦੇਖਿਆ ਆਦਮੀ ਖੜਾ ਸੀ ਜੋ ਕਿ ਪੁਲਿਸ ਦੀ ਵਰਦੀ 'ਚ ਸੀ। ਤੇ ਉਸ ਵਕਤ ਜੇ ਮੇਰੇ ਸਾਹਮਣੇ ਕੋਈ ਹੋਰ ਹੁੰਦਾ ਤਾਂ ਸ਼ਾਇਦ ਮੈਂ ਸ਼ੱਕ ਕਰਦਾ, ਪਰ ਇੰਸਪੈਕਟਰ ਵਿਕਰਮ ਨੇ ਦੇਖ ਕੇ ਮੇਰਾ ਗੁੱਸਾ ਠੰਡਾ ਹੋ ਗਿਆ। ਇੰਸਪੈਕਟਰ ਵਿਕਰਮ ਮੇਰਾ ਦੋਸਤ ਸੀ। ਅਸੀਂ ਦੋਵੇਂ ਇੱਕ ਦੂਜੇ ਨੂੰ ਕਾਫੀ ਟਾਈਮ ਤੋਂ ਜਾਣਦੇ ਸੀ। ਫੋਨ ਤੇ ਗੱਲ ਹੁੰਦੀ ਸੀ, ਪਰ ਕੰਮ ਦੀ ਵਜ੍ਹਾ ਨਾਲ ਅਸੀਂ 2 ਸਾਲ ਤੱਕ ਨਹੀਂ ਮਿਲੇ। ਵਿਕਰਮ ਨੂੰ ਸਾਹਮਣੇ ਦੇਖ ਕੇ ਮੈਨੂੰ ਹੈਰਾਨੀ ਹੋਈ। ਉਹ ਮੇਰੇ ਗਲੇ ਲੱਗ ਗਿਆ ਤੇ ਬੋਲਿਆ, ਕਿੱਥੇ ਸੀ ਯਾਰ, ਇੰਨਾ ਚਿਰਾਂ ਤੋਂ ਮੁਲਾਕਾਤ ਹੀ ਨਹੀਂ ਹੋਈ। ਇੰਸਪੈਕਟਰ ਦਾ ਅੰਦਾਜ਼ ਬਿਲਕੁਲ ਨਾਰਮਲ ਸੀ। ਉਸ ਨੂੰ ਮੈਂ ਡਰਾਇੰਗ ਰੂਮ ਵਿੱਚ ਲੈ ਗਿਆ, ਪਰ ਹੈਰਾਨੀ ਇਸ ਗੱਲ ਦੀ ਸੀ ਕਿ ਇੰਸਪੈਕਟਰ ਨੂੰ ਤਾਂ ਮੈਂ ਆਪਣੇ ਘਰ ਕਦੇ ਲੈ ਕੇ ਨਹੀਂ ਆਇਆ ਸੀ। ਫਿਰ ਇਹਨੂੰ ਮੇਰੇ ਘਰ ਦਾ ਪਤਾ ਕਿਵੇਂ ਲੱਗਾ? ਗੱਲਾਂ-ਗੱਲਾਂ ਵਿੱਚ ਮੈਂ ਉਸ ਨੂੰ ਪੁੱਛਣ ਦੀ ਕੋਸ਼ਿਸ਼ ਕੀਤੀ ਤੇ ਉਹ ਕਹਿੰਦਾ, ਯਾਰ ਇਹ ਵੀ ਕੋਈ ਪੁੱਛਣ ਵਾਲੀ ਗੱਲ ਆ, ਅਸੀਂ ਪੁਲਿਸ ਵਾਲੇ ਹੁੰਨੇ ਆ, ਸਾਨੂੰ ਆਪਣੇ ਇਲਾਕੇ ਦੇ ਹਰ ਇੱਕ ਬੰਦੇ ਦਾ ਪਤਾ ਹੁੰਦਾ। ਵਿਕਰਮ ਦੀਆਂ ਗੱਲਾਂ ਸੁਣ ਕੇ ਮੈਨੂੰ ਤਸੱਲੀ ਨਹੀਂ ਹੋਈ, ਕਿਉਂਕਿ ਮੈਂ ਦੇਖਿਆ ਕਿ ਰਾਵੀ ਵਿਕਰਮ ਦਾ ਇੰਤਜ਼ਾਰ ਕਰ ਰਹੀ ਸੀ। ਮੈਂ ਜਾਣਦਾ ਸੀ ਜਿਸ ਅੰਦਾਜ਼ ਵਿੱਚ ਟਹਿਲ ਰਹੀ ਸੀ ਉਹ ਕਿਸੇ ਦਾ ਇੰਤਜ਼ਾਰ ਕਰ ਰਹੀ ਸੀ। ਇਤਫਾਕ ਨਾਲ ਉਹ ਵਿਕਰਮ ਨਿਕਲਿਆ। ਵਿਕਰਮ ਨੇ ਮੈਨੂੰ ਮਿਲਣ ਦਾ ਬਹਾਨਾ ਬਣਾ ਲਿਆ। ਹੁਣ ਗੱਲ ਮੇਰੀ ਸਮਝ ਵਿੱਚ ਆ ਗਈ ਸੀ, ਪਰ ਮੈਂ ਜਾਣਨਾ ਚਾਹੁੰਦਾ ਸੀ ਆਖਿਰ ਵਿਕਰਮ ਅਤੇ ਰਾਵੀ ਵਿੱਚ ਚੱਲ ਕੀ ਰਿਹਾ ਸੀ। ਇਸ ਲਈ ਮੈਂ ਹੁਣ ਰਾਵੀ 'ਤੇ ਜ਼ਿਆਦਾ ਸ਼ੱਕ ਕਰਨਾ ਛੱਡ ਦਿੱਤਾ ਤੇ ਹੁਣ ਜੋ ਵੀ ਮੇਰੇ ਦਿਲ ਵਿੱਚ ਗੱਲ ਹੁੰਦੀ ਮੈਂ ਦਿਲ ਵਿੱਚ ਹੀ ਰੱਖਦਾ। ਇੱਕ ਦਿਨ ਮੈਂ ਸੋਚਿਆ ਕਿ ਮੇਰੀ ਵਾਈਫ ਰਾਵੀ ਮੈਨੂੰ ਧੋਖਾ ਦੇ ਰਹੀ ਆ, ਮੈਂ ਵੀ ਉਸ ਨਾਲ ਉੱਦਾਂ ਹੀ ਕਰੂੰਗਾ ਤੇ ਮੈਂ ਮਨ ਹੀ ਮਨ ਵਿੱਚ ਆਪਣੇ ਦੂਸਰੇ ਵਿਆਹ ਬਾਰੇ ਸੋਚਣ ਲੱਗਾ। ਪਰ ਇਸ ਤੋਂ ਪਹਿਲਾਂ ਮੈਂ ਰਾਵੀ ਦਾ ਰਾਜ਼ ਖੋਲ੍ਹਣਾ ਸੀ, ਉਸ ਦਾ ਚਿਹਰਾ ਦੇਖਣਾ ਸੀ। ਰਾਤ ਨੂੰ ਕਮਰੇ ਦੀ ਲਾਈਟ ਬੰਦ ਹੁੰਦੀ ਸੀ ਤਾਂ ਇੱਕ ਦਿਨ ਮੈਂ ਛੋਟੀ ਜਿਹੀ ਟਾਰਚ ਆਪਣੇ ਨਾਲ ਲੈ ਗਿਆ ਤੇ ਹੁਣ ਜਦੋਂ ਮੇਰੇ ਕੋਲ ਰਾਵੀ ਆਈ ਤਾਂ ਮੈਂ ਉਸ ਦੀ ਬਾਂਹ ਘੁੱਟ ਕੇ ਫੜ ਲਈ ਤਾਂ ਕਿ ਉਹ ਉੱਥੋਂ ਭੱਜ ਨਾ ਸਕੇ। ਮੈਂ ਹੌਲੀ ਜਿਹੀ ਆਪਣੀ ਜੇਬ ਵਿੱਚੋਂ ਟਾਰਚ ਕੱਢੀ ਤੇ ਉਸ ਦੇ ਮੂੰਹ 'ਤੇ ਮਾਰੀ। ਉਹਦਾ ਚਿਹਰਾ ਦੇਖਣ ਤੋਂ ਬਾਅਦ ਮੈਂ ਆਪਣੀ ਚੀਕ ਨਿਕਲਦੀ ਬਚਾਈ ਤੇ ਰਾਵੀ ਨੂੰ ਕਿਹਾ, ਤੂੰ ਇੰਨਾ ਵੱਡਾ ਧੋਖਾ ਮੇਰੇ ਨਾਲ ਕਿਉਂ ਕੀਤਾ? ਮੇਰੇ ਕੋਲੋਂ ਇੰਨੀ ਵੱਡੀ ਗੱਲ ਨੂੰ ਕਿਉਂ ਲੁਕੋਇਆ? ਮੈਂ ਤੇਰੇ ਨਾਲ ਸੱਚਾ ਪਿਆਰ ਕਰਦਾ ਸੀ ਤੇ ਤੈਨੂੰ ਇਦਾਂ ਕਰਨ ਦੀ ਕੀ ਜ਼ਰੂਰਤ ਸੀ? ਮੈਂ ਨਫ਼ਰਤ ਨਾਲ ਰਾਵੀ ਵੱਲ ਦੇਖਿਆ ਤੇ ਉਹਦੇ ਚਿਹਰੇ ਦੀ ਰੌਣਕ ਇੱਕਦਮ ਬਦਲ ਗਈ। ਉਹ ਕਹਿੰਦੀ, ਮੈਂ ਤੈਨੂੰ ਹੌਲੀ-ਹੌਲੀ ਦੱਸਦੀ ਹਾਂ ਸਾਰਾ ਕੁਝ। ਰੱਬ ਦਾ ਵਾਸਤਾ ਮੇਰੀ ਗੱਲ ਸੁਣ ਲਵੋ। ਤੁਹਾਨੂੰ ਜਿਹੜਾ ਮੇਰੇ 'ਤੇ ਸ਼ੱਕ ਹੈ ਉਹ ਵੀ ਮੈਂ ਸਾਰਾ ਦੂਰ ਕਰ ਦੇਵਾਂਗੀ। ਰੋਂਦੀ ਉਹ ਮੇਰੀਆਂ ਮਿੰਨਤਾਂ ਕੱਢਣ ਲੱਗੀ। ਮੈਂ ਉਸ ਨੂੰ ਕਿਹਾ, ਤੂੰ ਇਦਾਂ ਕਿਉਂ ਕੀਤਾ? ਵਿਕਰਮ ਦੇ ਨਾਲ ਤੇਰਾ ਕੀ ਰਿਸ਼ਤਾ? ਮੈਂ ਬਹੁਤ ਆਰਾਮ ਨਾਲ ਉਹਦੇ ਨਾਲ ਗੱਲ ਕਰ ਰਿਹਾ ਸੀ, ਕਿਉਂਕਿ ਮੈਂ ਸੋਚ ਲਿਆ ਸੀ ਜੇ ਇਸ ਔਰਤ ਨੇ ਮੇਰੇ ਨਾਲ ਧੋਖਾ ਕੀਤਾ ਤਾਂ ਮੈਂ ਦੂਜਾ ਵਿਆਹ ਕਰਵਾ ਲਵਾਂਗਾ। ਇਸ ਨੂੰ ਉਹ ਦੁੱਖ ਦੇਵਾਂਗਾ ਕਿ ਸਾਰੀ ਜ਼ਿੰਦਗੀ ਯਾਦ ਰੱਖੇਗੀ। ਪਰ ਰਾਵੀ ਨੇ ਜੋ ਗੱਲ ਦੱਸੀ ਉਸ ਨੂੰ ਸੁਣ ਕੇ ਮੇਰਾ ਦਿਲ ਗੁੰਮਸੁੰਮ ਹੋ ਗਿਆ। ਉਹ ਕਹਿੰਦੀ, ਮੇਰੇ ਘਰ ਦੇ ਮਾਡਰਨ ਸੀ,
ਜਦੋਂ ਮੈਂ ਹੋਸ਼ ਸੰਭਾਲਿਆ ਤਾਂ ਮੈਂ ਆਪਣੇ ਆਪ ਨੂੰ ਮੇਰੀ ਮੰਮੀ ਪਾਪਾ ਤੋਂ ਦੂਰ ਹੀ ਪਾਇਆ। ਉਹ ਮੈਨੂੰ ਨੌਕਰ ਨੌਕਰਾਣੀ ਦੇ ਆਸਰੇ ਛੱਡ ਕੇ ਆਪ ਕੰਮ 'ਤੇ ਚਲੇ ਜਾਂਦੇ ਸੀ। ਜਦੋਂ ਮੈਂ ਆਪਣੀ ਮਾਂ ਨਾਲ ਕੋਈ ਗੱਲ ਕਰਦੀ ਤਾਂ ਉਹ ਮੈਨੂੰ ਪੈਸੇ ਫੜਾ ਦਿੰਦੀ ਜਾਂ ਫਿਰ ਸ਼ਾਪਿੰਗ ਕਰਵਾਉਣ ਲਈ ਲੈ ਜਾਂਦੀ, ਪਰ ਮੈਨੂੰ ਤਾਂ ਉਹਨਾਂ ਦੇ ਪਿਆਰ ਦੀ ਲੋੜ ਸੀ, ਕਿਉਂਕਿ ਮੈਂ ਤਾਂ ਸਿਰਫ ਪਿਆਰ ਦੀ ਭੁੱਖੀ ਸੀ। ਪਰ ਮੇਰੀ ਮਾਂ ਨੇ ਮੇਰੇ ਵੱਲ ਕਦੇ ਮੁੜ ਕੇ ਵੀ ਨਹੀਂ ਦੇਖਿਆ। ਪਹਿਲਾਂ ਮੈਂ ਆਪਣੇ ਨੌਕਰ ਨੌਕਰਾਣੀ ਦੇ ਨਾਲ ਦੋਸਤੀ ਕੀਤੀ, ਪਰ ਜਦੋਂ ਮੈਨੂੰ ਇਹ ਅਹਿਸਾਸ ਹੋਇਆ ਕਿ ਉਹ ਤਾਂ ਸਿਰਫ ਮੇਰੇ ਪੈਸਿਆਂ ਦੇ ਕਰਕੇ ਮੈਨੂੰ ਅਹਿਮੀਅਤ ਦਿੰਦੇ ਨੇ, ਫਿਰ ਮੇਰੇ ਜਜ਼ਬਾਤਾਂ ਦੀ ਕਦਰ ਨਹੀਂ ਕਰਦੇ, ਤਾਂ ਮੈਂ ਉਹਨਾਂ ਨਾਲ ਗੱਲ ਕਰਨਾ ਵੀ ਛੱਡ ਦਿੱਤਾ। ਮੇਰੀ ਮਾਂ ਨੇ ਮੈਨੂੰ ਕਦੇ ਵੀ ਆਪਣੇ ਦਫ਼ਤਰ ਵਿੱਚ ਆਉਣ ਦੀ ਇਜਾਜ਼ਤ ਨਹੀਂ ਦਿੱਤੀ ਸੀ। ਉਹ ਹਮੇਸ਼ਾ ਮੈਨੂੰ ਇਹ ਕਹਿੰਦੇ ਕਿ ਜਦੋਂ ਤੂੰ ਮੇਰੇ ਦਫ਼ਤਰ ਆਉਣਾ ਤਾਂ ਮੈਨੂੰ ਫੋਨ ਕਰਕੇ ਦੱਸ ਦੇਵੀਂ, ਮੈਨੂੰ 100 ਕੰਮ ਹੁੰਦੇ ਨੇ। ਪਾਪਾ ਵੀ ਆਪਣੇ ਕੰਮਾਂ ਵਿੱਚ ਬਿਜ਼ੀ ਰਹਿੰਦੇ ਸੀ, ਪਰ ਇੱਕ ਦਿਨ ਮੇਰੀ ਬਹੁਤ ਵੱਡੀ ਮਜਬੂਰੀ ਸੀ। ਮੈਂ ਬਹੁਤ ਉਦਾਸ ਸੀ। ਮੈਂ ਸੋਚਿਆ ਜੇ ਮੰਮੀ ਨੂੰ ਫੋਨ ਕਰਾਂਗੀ ਤਾਂ ਦੇਰ ਹੋ ਜਾਵੇਗੀ। ਮੈਂ ਗੱਡੀ ਕੱਢੀ ਤੇ ਮੰਮੀ ਦੇ ਆਫਿਸ ਚਲੀ ਗਈ, ਪਰ ਜਿੱਦਾਂ ਹੀ ਮੈਂ ਦਫ਼ਤਰ ਦੇ ਦਰਵਾਜ਼ੇ 'ਤੇ ਵੜਨ ਲੱਗੀ ਤਾਂ ਮੈਂ ਉਸ ਘਟਨਾ ਨੂੰ ਦੇਖ ਕੇ ਹੈਰਾਨ ਹੋ ਗਈ। ਮੈਂ ਆਪਣੀ ਮੰਮੀ ਦੇ ਬਾਰੇ ਐਦਾਂ ਸੋਚ ਵੀ ਨਹੀਂ ਸਕਦੀ ਸੀ ਕਿ ਮੇਰੀ ਮਾਂ ਐਦਾਂ ਦੀ ਹੋਵੇਗੀ। ਉਹ ਆਪਣੀ ਸ਼ਰਮ ਹਯਾ ਨੂੰ ਭੁੱਲ ਚੁੱਕੀ ਹੋਵੇਗੀ। ਮੈਨੂੰ ਐਦਾਂ ਦੀਆਂ ਔਰਤਾਂ ਤੋਂ ਸਖਤ ਨਫ਼ਰਤ ਹੋ ਗਈ ਸੀ, ਜੋ ਲੋਕਾਂ ਨੂੰ ਭਲਾਈ ਦੇ ਪਾਠ ਪੜ੍ਹਾਉਂਦੀਆਂ ਨੇ ਤੇ ਉਹਨਾਂ ਦਾ ਆਪਣਾ ਕਰੈਕਟਰ ਕਿੰਨਾ ਗੰਦਾ ਹੁੰਦਾ। ਮੈਨੂੰ ਮੇਰੀ ਮਾਂ ਤੋਂ ਨਫ਼ਰਤ ਹੋਈ ਤਾਂ ਮੇਰੀ ਸ਼ਖਸੀਅਤ ਹੀ ਬਦਲ ਗਈ। ਮੈਂ ਨਾਈਟ ਕਲੱਬ 'ਚ ਜਾਣ ਲੱਗ ਪਈ। ਮੈਂ ਐਦਾਂ ਬਣ ਕੇ ਜਾਂਦੀ ਕਿ ਹਰ ਕੋਈ ਮੇਰੇ ਵੱਲ ਖਿੱਚਿਆ ਚਲਿਆ ਆਉਂਦਾ, ਪਰ ਮੈਂ ਉਸ ਵਕਤ ਖੁਸ਼ ਨਹੀਂ ਸੀ। ਫਿਰ ਵੀ ਪਤਾ ਨਹੀਂ ਕਿਉਂ ਮੇਰੇ ਦਿਲ ਨੂੰ ਤਸੱਲੀ ਮਿਲਦੀ ਸੀ। ਮੈਂ ਆਪਣੀ ਮਾਂ ਤੋਂ ਬਦਲਾ ਲੈ ਲਿਆ। ਹਾਲਾਂਕਿ ਮੈਂ ਆਪਣੇ ਆਪ ਨੂੰ ਨੁਕਸਾਨ ਪਹੁੰਚਾ ਰਹੀ ਸੀ, ਪਰ ਮੈਂ ਰਾਤ ਨੂੰ ਦੇਰ ਤੱਕ ਬਾਹਰ ਰਹਿੰਦੀ। ਮੰਮੀ ਪਾਪਾ ਨੂੰ ਕੋਈ ਖਬਰ ਨਹੀਂ ਸੀ ਉਹਨਾਂ ਦੀ ਕੁੜੀ ਕੀ ਕਰ ਰਹੀ ਆ। ਇੱਕ ਰਾਤ ਮੈਂ ਇਸ ਕਦਰ ਨਸ਼ਾ ਕਰ ਰੱਖਿਆ ਸੀ ਕਿ ਇਸ ਵਕਤ ਵੇਲੇ ਕੁੜੀਆਂ ਆਪਣੀ ਇੱਜ਼ਤ ਗਵਾ ਬੈਂਦੀਆਂ ਨੇ, ਪਰ ਮੈਂ ਖੁਸ਼ਕਿਸਮਤ ਸੀ ਕਿ ਸਵੇਰੇ ਜਦੋਂ ਮੇਰੀ ਅੱਖ ਖੁੱਲੀ ਤਾਂ ਮੈਂ ਧੜਕਦੇ ਦਿਲ ਦੇ ਨਾਲ ਇੱਕ ਕਮਰੇ ਵਿੱਚ ਇਕੱਲੀ ਲੰਮੀ ਪਈ ਸੀ। ਕਮਰੇ ਦੀ ਸਜਾਵਟ ਤੋਂ ਅੰਦਾਜ਼ਾ ਹੋਇਆ ਸੀ ਕਿ ਇਹ ਕਿਸੇ ਦਾ ਰਿਹਾਇਸ਼ੀ ਕਮਰਾ ਹੈ। ਫਿਰ ਜਦੋਂ ਉਹ ਮੁੰਡਾ ਮੇਰੇ ਸਾਹਮਣੇ ਆਇਆ ਤਾਂ ਮੇਰਾ ਖਿਆਲ ਸੱਚ ਸਾਬਤ ਹੋਇਆ। ਉਹਦੇ ਚਿਹਰੇ 'ਤੇ ਦਾੜੀ ਸੀ। ਮੈਨੂੰ ਦੇਖ ਕੇ ਉਹਨੇ ਆਪਣੀਆਂ ਅੱਖਾਂ ਥੱਲੇ ਕਰ ਲਈਆਂ ਤੇ ਕਹਿਣ ਲੱਗਾ ਕਿ ਕੱਲ੍ਹ ਰਾਤ ਮੈਂ ਆਪਣੀ ਇੱਕ ਮਜਬੂਰੀ ਕਰਕੇ ਨਾਈਟ ਕਲੱਬ ਗਿਆ ਸੀ। ਉੱਥੇ ਮੈਨੂੰ ਕੁਝ ਕੰਮ ਸੀ। ਮੈਂ ਤੁਹਾਨੂੰ ਉੱਥੇ ਬੇਹੋਸ਼ ਦੇਖਿਆ ਤਾਂ ਮੈਂ ਤੁਹਾਨੂੰ ਆਪਣੇ ਘਰ ਲੈ ਆਇਆ। ਉਮੀਦ ਹੈ ਤੁਸੀਂ ਠੀਕ ਹੋਵੋਗੇ। ਚਲੋ ਮੈਂ ਤੁਹਾਨੂੰ ਤੁਹਾਡੇ ਘਰ ਛੱਡ ਆਉਂਦਾ ਹਾਂ। ਮੈਨੂੰ ਉਸ 'ਤੇ ਬਹੁਤ ਗੁੱਸਾ ਆਇਆ। ਮੈਨੂੰ ਉਹਦੇ ਤੋਂ ਨਫ਼ਰਤ ਮਹਿਸੂਸ ਹੋਣ ਲੱਗੀ। ਉਸ ਦਿਨ ਤਾਂ ਉਹ ਮੈਨੂੰ ਘਰ ਛੱਡ ਕੇ ਚਲਾ ਗਿਆ। ਮੈਨੂੰ ਉਸ ਨਾਲ ਬਿਲਕੁਲ ਦੀ ਕੋਈ ਹਮਦਰਦੀ ਨਹੀਂ ਸੀ, ਨਾ ਹੀ ਮੈਂ ਉਸ ਦਾ ਧੰਨਵਾਦ ਕੀਤਾ। ਪਰ ਉਸ ਆਦਮੀ ਨੇ ਮੇਰਾ ਪਿੱਛਾ ਨਹੀਂ ਛੱਡਿਆ। ਉਹ ਵਾਰ-ਵਾਰ ਮੇਰੇ ਪਿੱਛੇ ਆਉਂਦਾ ਤੇ ਕਹਿੰਦਾ, ਮੈਂ ਤੈਨੂੰ ਬਹੁਤ ਪਿਆਰ ਕਰਦਾ ਹਾਂ। ਮੇਰੀਆਂ ਸਹੇਲੀਆਂ ਨੇ ਜਦੋਂ ਇਹ ਗੱਲ ਸੁਣੀ ਤਾਂ ਉਹ ਬੋਲੀਆਂ ਕਿ ਤੂੰ ਉਹਦੇ ਤੋਂ ਆਪਣੀ ਜਾਨ ਕਿਉਂ ਨਹੀਂ ਛੁਡਾ ਲੈਂਦੀ। ਇਹ ਜੋ ਹਰ ਵਕਤ ਤੇਰੇ ਪਿੱਛੇ ਆਉਂਦਾ ਏ, ਤੈਨੂੰ ਤੰਗ ਕਰਦਾ ਏ, ਇੱਦਾਂ ਹੀ ਹੁੰਦਾ ਰਿਹਾ ਤਾਂ ਬਾਕੀ ਮੁੰਡੇ ਤੇਰੇ ਕੋਲੋਂ ਡਰਨਾ ਸ਼ੁਰੂ ਕਰ ਦੇਣਗੇ। ਤੂੰ ਉਹਦਾ ਹੁਲੀਆ ਤਾਂ ਦੇਖ ਕਿੰਨਾ ਖਤਰਨਾਕ ਹੈ। ਆਪਣੀਆਂ ਸਹੇਲੀਆਂ ਦੀ ਗੱਲ ਸੁਣ ਕੇ ਮੈਂ ਉਸ ਮੁੰਡੇ ਨੂੰ ਸਬਕ ਸਿਖਾਉਣ ਦਾ ਸੋਚ ਲਿਆ। ਉਸ ਮੁੰਡੇ ਦਾ ਨਾਂ ਰੌਸ਼ਨ ਸੀ ਤੇ ਇੱਕ ਦਿਨ ਉਹਨੇ ਮੇਰੇ ਨਾਲ ਗੱਲ ਕਰਨ ਦੀ ਕੋਸ਼ਿਸ਼ ਕੀਤੀ ਤਾਂ ਮੈਂ ਉਹਨੂੰ ਕਿਹਾ ਕਿ ਉਹ ਆਪਣੀ ਬਹਾਦਰੀ ਦਾ ਨਮੂਨਾ ਦਿਖਾਵੇ ਤੇ ਆਪਣੇ ਆਪ ਨੂੰ ਸਾਬਤ ਕਰੇ। ਮੇਰੀ ਗੱਲ ਸੁਣ ਕੇ ਉਹ ਬਹੁਤ ਖੁਸ਼ ਹੋਇਆ। ਅਗਲੀ ਰਾਤ ਜਦੋਂ ਮੈਂ ਨਾਈਟ ਕਲੱਬ ਤੋਂ ਬਾਹਰ ਨਿਕਲ ਰਹੀ ਸੀ ਤਾਂ ਉਹ ਮੈਨੂੰ ਸਾਹਮਣੇ ਦਿਖ ਗਿਆ। ਹੁਣ ਉਹ ਨਜ਼ਰਾਂ ਝੁਕਾ ਕੇ ਆਪਣੀ ਮੁਹੱਬਤ ਦਾ ਇਜ਼ਹਾਰ ਕਰਨ ਆਇਆ ਸੀ। ਮੈਂ ਪੁਲਿਸ ਨੂੰ ਦੱਸ ਰੱਖਿਆ ਸੀ ਕਿ ਉਹ ਮੁੰਡਾ ਮੈਨੂੰ ਰੋਜ਼ ਪਰੇਸ਼ਾਨ ਕਰਦਾ। ਮੈਂ ਉਸ ਵਕਤ ਕਾਲ ਕੀਤੀ ਤੇ ਪੁਲਿਸ 2 ਮਿੰਟਾਂ 'ਚ ਸਾਡੇ ਕੋਲ ਆ ਗਈ। ਉਸ ਨੇ ਉਸ ਮੁੰਡੇ ਨੂੰ ਹੱਥ ਕੜੀਆਂ ਲਾਈਆਂ ਤੇ ਗੱਡੀ ਵਿੱਚ ਬਿਠਾ ਕੇ ਲੈ ਗਏ। ਮੈਂ ਆਪਣੀਆਂ ਸਹੇਲੀਆਂ ਦੇ ਨਾਲ ਉੱਚੀ-ਉੱਚੀ ਹੱਸਣ ਲੱਗੀ ਤੇ ਮੈਨੂੰ ਅੰਦਾਜ਼ਾ ਵੀ ਨਹੀਂ ਸੀ ਕਿ ਉਹ ਇੰਨਾ ਬੇਵਕੂਫ ਨਿਕਲੇਗਾ। ਫਿਲਹਾਲ ਉਹਨੂੰ ਥਾਣੇ ਪਹੁੰਚਾ ਕੇ ਮੇਰੇ ਦਿਲ ਨੂੰ ਬਹੁਤ ਸਕੂਨ ਮਿਲਿਆ। ਪਰ ਫਿਰ ਅਗਲੇ ਦਿਨ ਸਹੇਲੀਆਂ ਦੇ ਭੜਕਾਉਣ 'ਤੇ ਮੈਂ ਉਹਦਾ ਪਤਾ ਲੈਣ ਵਾਸਤੇ ਥਾਣੇ ਪਹੁੰਚ ਗਈ।
ਜਦੋਂ ਮੈਂ ਉਹਦਾ ਮੂੰਹ ਦੇਖਿਆ ਤਾਂ ਮੇਰਾ ਕਲੇਜਾ ਹੀ ਬਾਹਰ ਆਉਣ ਨੂੰ ਫਿਰੇ। ਪੁਲਿਸ ਵਾਲਿਆਂ ਨੇ ਉਹਦੇ ਮਾਰ-ਮਾਰ ਕੇ ਹੁਲੀਆ ਖਰਾਬ ਕਰ ਦਿੱਤਾ। ਉਹਦੇ ਚਿਹਰੇ 'ਤੇ ਸੱਟਾਂ ਦੇ ਨਿਸ਼ਾਨ ਪੈ ਚੁੱਕੇ ਸੀ। ਉਹਦੀਆਂ ਅੱਖਾਂ ਸੁੱਜ ਗਈਆਂ ਸੀ। ਉਹਨੂੰ ਦੇਖ ਕੇ ਮੈਨੂੰ ਅਫਸੋਸ ਹੋਇਆ। ਮੈਨੂੰ ਦੇਖ ਕੇ ਉਸਨੇ ਅਸਮਾਨ ਵੱਲ ਦੇਖਿਆ ਤੇ ਫਿਰ ਕਿਹਾ, ਮੈਂ ਆਪਣਾ ਸਭ ਕੁਝ ਰੱਬ 'ਤੇ ਛੱਡ ਦਿੱਤਾ ਹੈ। ਰੱਬ ਕਰੇ ਤੇਰੀਆਂ ਰਾਤਾਂ ਕਦੇ ਵੀ ਸਕੂਨ ਵਾਲੀਆਂ ਨਾ ਹੋਣ। ਉਹਦੀ ਬਦਦੁਆ ਨੇ ਮੈਨੂੰ ਅੰਦਰ ਤੱਕ ਹਿਲਾ ਦਿੱਤਾ। ਮੈਂ ਕਿਸੇ ਕਿਸਮ ਦੀ ਪਰੇਸ਼ਾਨੀ ਦਾ ਦਿਖਾਵਾ ਨਹੀਂ ਕੀਤਾ। ਸਵੇਰੇ 8:15 ਹੋ ਰਹੇ ਸੀ। ਮੈਂ ਆਪਣੀਆਂ ਸਹੇਲੀਆਂ ਨਾਲ ਉਹਨੂੰ ਮਿਲਣ ਗਈ ਸੀ। ਸਾਡੀ ਆਦਤ ਸੀ ਕਿ ਅਸੀਂ ਸਾਰੀ ਰਾਤ ਜਾਗਦੀਆਂ ਤੇ ਦਿਨੇ ਸੌਂ ਜਾਂਦੀਆਂ, ਕਿਉਂਕਿ ਇਸ ਗੱਲ ਦੀ ਮੇਰੀ ਮਾਂ ਪਿਓ ਨੂੰ ਕੋਈ ਪਰਵਾਹ ਨਹੀਂ ਸੀ। ਪਰ ਉਸ ਦਿਨ ਮੈਂ ਸ਼ਾਮ ਨੂੰ ਸੌਂ ਕੇ ਉੱਠੀ ਤਾਂ ਮੈਨੂੰ ਆਪਣੇ ਚਿਹਰੇ 'ਤੇ ਜਲਨ ਮਹਿਸੂਸ ਹੋਈ। ਮੈਨੂੰ ਲੱਗਾ ਕਿ ਸ਼ਾਇਦ ਗਰਮੀ ਦਾ ਕਰਕੇ ਹੋ ਰਿਹਾ। ਉੱਠ ਕੇ ਸ਼ੀਸ਼ੇ ਵਿੱਚ ਆਪਣਾ ਚਿਹਰਾ ਦੇਖਿਆ ਤਾਂ ਮੇਰੇ ਚਿਹਰੇ 'ਤੇ ਕਾਫੀ ਸਾਰੇ ਦਾਣੇ ਨਿਕਲੇ ਹੋਏ ਸੀ। ਮੈਂ ਚੀਕਾਂ ਮਾਰਨ ਲੱਗ ਪਈ। ਮੈਨੂੰ ਆਪਣਾ ਚਿਹਰਾ ਦੇਖ ਕੇ ਰੋਣਾ ਆ ਰਿਹਾ ਸੀ। ਮੈਂ ਸੋਚਿਆ ਡਾਕਟਰ ਕੋਲੋਂ ਦਵਾਈ ਲੈ ਆਉਂਦੀ ਹਾਂ ਕਿ ਇਸ ਮੁਸੀਬਤ ਤੋਂ ਜਲਦੀ ਜਾਨ ਛੁੱਟ ਜਾਵੇ। ਡਾਕਟਰ ਨੇ ਮੈਨੂੰ ਇੱਦਾਂ ਦੀ ਦਵਾਈ ਦਿੱਤੀ ਜਿਸ ਨੂੰ ਲਗਾਉਣ ਤੋਂ ਬਾਅਦ ਮੈਨੂੰ ਕੁਝ ਆਰਾਮ ਮਿਲਿਆ ਤੇ ਸਵੇਰ ਹੁੰਦੇ ਹੀ ਮੇਰੇ ਸਾਰੇ ਦਾਣੇ ਖਤਮ ਹੋ ਗਏ। ਮੈਂ ਰੱਬ ਅੱਗੇ ਅਰਦਾਸ ਕੀਤੀ ਕਿ ਸ਼ੁਕਰ ਆ ਅਗਲੀ ਰਾਤ ਫਿਰ ਉਹੀ ਹੋਇਆ। ਸ਼ਾਮ ਦੇ ਸਮੇਂ ਮੇਰੇ ਚਿਹਰੇ 'ਤੇ ਇੱਦਾਂ ਦਾਣੇ ਨਿਕਲੇ ਕਿ ਮੇਰੀ ਜਾਨ 'ਤੇ ਬਣ ਗਈ। ਮੈਂ ਡਾਕਟਰ ਕੋਲ ਜਾ ਕੇ ਚੰਗੀ ਤਰ੍ਹਾਂ ਉਹਦੇ ਨਾਲ ਬਹਿਸ ਕੀਤੀ ਕਿ ਤੂੰ ਮੈਨੂੰ ਗਲਤ ਦਵਾਈ ਦਿੱਤੀ ਆ। ਪਰ ਫਿਰ 2-3 ਡਾਕਟਰ ਬਦਲ ਕੇ ਵੀ ਦੇਖੇ। ਉਸ ਤੋਂ ਬਾਅਦ ਮੈਨੂੰ ਪਤਾ ਲੱਗ ਗਿਆ ਕਿ ਇਹ ਮੇਰੀ ਬਿਮਾਰੀ ਇੰਨੀ ਸੌਖੀ ਜਾਣ ਵਾਲੀ ਨਹੀਂ ਆ। ਮੈਂ ਕੀ ਨਹੀਂ ਕੀਤਾ, ਪਰ ਇਹ ਦਾਣੇ ਖਤਮ ਹੋਣ ਦਾ ਨਾਂ ਹੀ ਨਹੀਂ ਲੈ ਰਹੇ। ਮੈਨੂੰ ਉਸ ਮੁੰਡੇ ਦੀ ਬਦਦੁਆ ਲੱਗ ਗਈ। ਪਤਾ ਨਹੀਂ ਹੁਣ ਉਹ ਕਿਸ ਹਾਲ ਵਿੱਚ ਹੋਵੇਗਾ। ਮੈਂ ਸੋਚਦੀ ਹਾਂ ਕਿ ਮੈਂ ਉਸ ਨੂੰ ਇੱਕ ਵਾਰ ਮਿਲ ਕੇ ਮੈਂ ਉਸ ਤੋਂ ਮਾਫੀ ਮੰਗ ਲਵਾਂ। ਰਾਵੀ ਦੀ ਇਹ ਗੱਲ ਸੁਣ ਕੇ ਮੈਂ ਬਿਲਕੁਲ ਹੱਕਾ ਬੱਕਾ ਰਹਿ ਗਿਆ ਕਿ ਉਹ ਇੰਨੀ ਤੇਜ਼ ਕੁੜੀ ਹੋਵੇਗੀ। ਇਹ ਤਾਂ ਮੈਂ ਕਦੇ ਸੋਚਿਆ ਵੀ ਨਹੀਂ ਸੀ। ਉਹ ਸ਼ਕਲ ਸੂਰਤ ਤੋਂ ਬਹੁਤ ਮਾਸੂਮ ਲੱਗਦੀ ਸੀ। ਉਹਦੀ ਉਮਰ ਵੀ ਬਹੁਤ ਘੱਟ ਸੀ। ਉਹਦੀ ਉਮਰ ਸਿਰਫ 24 ਕੁ ਸਾਲ ਸੀ। ਉਸ ਵਕਤ ਮੈਨੂੰ ਅਹਿਸਾਸ ਹੋਇਆ ਕਿ ਮਾਸੂਮੀਅਤ ਦਾ ਉਮਰ ਦੇ ਨਾਲ ਕੋਈ ਸੰਬੰਧ ਨਹੀਂ ਹੁੰਦਾ। ਮੈਂ ਕਈ ਔਰਤਾਂ ਇੱਦਾਂ ਦੀਆਂ ਵੀ ਦੇਖੀਆਂ ਨੇ ਜੋ 40 ਸਾਲ ਦੀ ਉਮਰ ਵਿੱਚ ਵੀ 18 ਸਾਲ ਦੀਆਂ ਲੱਗਦੀਆਂ ਨੇ। ਪਰ ਆਪਣੀ ਪਤਨੀ ਦੀ ਕਹਾਣੀ ਸੁਣ ਕੇ ਮੇਰਾ ਦਿਲ ਰੋ ਪਿਆ। ਰਹੀ ਗੱਲ ਵਿਕਰਮ ਦੀ, ਉਹਨੇ ਮੈਨੂੰ ਦੱਸਿਆ ਕਿ ਵਿਕਰਮ ਕੋਲੇ ਉਸ ਆਦਮੀ ਦੇ ਬਾਰੇ ਪਤਾ ਲਗਾਉਂਦੀ ਰਹਿੰਦੀ ਆ, ਪਰ ਉਹ ਆਦਮੀ ਕਿੱਥੇ ਗਿਆ ਇਹ ਕੋਈ ਨਹੀਂ ਜਾਣਦਾ। ਵਿਕਰਮ ਦੇ ਯਕੀਨ ਦਿਵਾਉਣ 'ਤੇ ਮੈਂ ਰਾਵੀ ਦੀ ਗੱਲ ਮੰਨ ਗਿਆ ਸੀ, ਪਰ ਮੈਨੂੰ ਉਸ 'ਤੇ ਬੜਾ ਸ਼ੱਕ ਹੁੰਦਾ ਹੈ। ਮੈਂ ਉਸ ਦੇ ਉੱਤੇ ਪਹਿਲਾਂ ਵਾਂਗੂ ਕਦੇ ਵੀ ਵਿਸ਼ਵਾਸ ਨਹੀਂ ਕਰ ਪਾਇਆ ਤੇ ਰਾਤ ਨੂੰ ਮੈਂ ਉਹਦਾ ਚਿਹਰਾ ਨਹੀਂ ਦੇਖਦਾ ਤਾਂ ਇਦਾਂ ਲੱਗਦਾ ਕੁਝ ਅਧੂਰਾ ਜਿਹਾ ਰਹਿ ਗਿਆ। ਦਿਲ ਤਾਂ ਕਰਦਾ ਕਿ ਮੈਂ ਦੂਜਾ ਵਿਆਹ ਕਰਵਾ ਲਵਾਂ, ਪਰ ਫਿਰ ਰਾਵੀ ਦੀ ਹਾਲਤ ਦੇਖ ਕੇ ਮੈਂ ਸੋਚਦਾ ਉਹਦੇ ਵਿੱਚ ਉਸ ਦਾ ਕੀ ਕਸੂਰ ਹੈ। ਜੋ ਹੋਣਾ ਸੀ ਉਹ ਤਾਂ ਹੋ ਗਿਆ, ਪਰ ਹੁਣ ਰਾਵੀ ਨੇ ਆਪਣੀ ਜ਼ਿੰਦਗੀ ਬਦਲ ਲਈ ਹੈ। ਪਰ ਜੋ ਉਸਨੇ ਕੀਤਾ ਸੀ ਉਹਦੀ ਸਜ਼ਾ ਉਸ ਨੂੰ ਮਿਲ ਗਈ। ਸੋ ਦੋਸਤੋ, ਇਹ ਸੀ ਸਾਡੀ ਅੱਜ ਦੀ ਕਹਾਣੀ। ਮਿਲਦੇ ਹਾਂ ਨਵੀਂ ਕਹਾਣੀ ਦੇ ਨਾਲ। ਤਦ ਤੱਕ ਸਤਿ ਸ਼੍ਰੀ ਅਕਾਲ।